ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਬਸੁਦਾ ਬਸ ਕੀਨੀ ਸਭ ਰਾਜੇ। ਪੁੱਤਰ ਸਾਰੀ ਧਰਤੀ ਤੇਰੇ ਪਿਓ ਨੇ ਵਸ ਚ ਕਰ ਲਈ ਏ। ਮੈਂ ਤੈਨੂੰ ਹੁਕਮ ਨਹੀਂ ਕਰਦੀ, ਤੇਰੀ ਮਾਂ ਵਾਂ, ਪਰ ਮੈਂ ਮਾਂ ਵਾਂ ਫਿਰ ਵੀ ਤੈਨੂੰ ਬੇਨਤੀ ਕਰਨਾ। ਬਿਨਤੀ ਕਰੇ ਪਟਰਾਣੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੇ ਠਾਨੀ। ਕੁਝ ਹੋਰ ਹੀ ਠਾਣ ਲਈਏ। ਉਹ ਕਹਿੰਦਾ ਮਾਂ ਹੋਰ ਤੇਰੀਆਂ ਗੱਲਾਂ ਮੰਨਾਂਗਾ, ਪਰ ਜਿਹੜਾ ਸਿਮਰਨ ਵੱਲੋਂ ਤੂੰ ਮੈਨੂੰ ਤੋੜਨੀ ਏ, ਵੀ ਪਿਓ ਦਾ ਸਿਮਰਨ ਕਰ, ਰੱਬ ਦਾ ਨਾ ਕਰ। ਪਿਓ ਦਾ ਸਿਮਰਨ ਨਹੀਂ, ਸਿਮਰਨ ਤੇ ਰੱਬ ਦਾ ਹੀ ਹੋਵੇਗਾ। ਮਾਂ ਨੇ ਵੀ ਸਰੈਂਡਰ ਕਰ ਦਿੱਤਾ। ਹੁਣ ਉਹਨੇ ਹੰਗਾਮੀ ਮੀਟਿੰਗ ਸੱਦੀ। ਮੈਂ ਨਹੀਂ ਕਹਿੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੰਗਾਮੀ ਮੀਟਿੰਗ ਸੱਦੀ। ਪੁੱਤਰ ਨੂੰ ਮਰਵਾਉਣ ਲਈ, ਆਰ ਪਾਰ ਕਰਨ ਲਈ ਹਰਨਾਕਸ਼ ਨੇ ਹੰਗਾਮੀ ਮੀਟਿੰਗ ਸੱਦੀ। ਔਰ ਉਸ ਹੰਗਾਮੀ ਮੀਟਿੰਗ ਵਿੱਚ ਉਸ ਦੁਸ਼ਟ ਸਭਾ ਨੇ ਇੱਕ ਮਤਾ ਪਕਾਇਆ ਵੀ ਜਿਵੇਂ ਮਰਦਾ ਮਾਰ ਦਿਓ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਆਓ ਇਹਦੀ ਉਮਰ ਵੱਡੀ ਕਰ ਦਈਏ, ਆਓ ਇਹਨੂੰ ਵੱਡਾ ਕਰ ਦਈਏ। ਸੈਂਸ ਕੀ ਹੈ ਇਹਦਾ? ਫਾਹਾ ਵੱਢ ਦਈਏ। ਫਿਰ ਕਹਿੰਦੇ ਨੇ ਗਿਰ, ਤਰ, ਜਲ, ਜਵਾਲਾ। ਗਿਰ ਮੈਨੇ ਪਹਾੜ, ਤਰ ਮੈਨੇ ਰੁੱਖ, ਜਲ ਮੈਨੇ ਪਾਣੀ, ਜਵਾਲਾ ਮੈਨੇ ਅੱਗ। ਪ੍ਰਹਿਲਾਦ ਨੂੰ ਪਹਾੜਾਂ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਜਦੋਂ ਰੇੜਾਂਗੇ ਤੇ ਪੱਥਰਾਂ ਦੇ ਨਾਲ ਇਹਦਾ ਪਿੰਡਾ ਵੱਜ ਕੇ ਹੱਡ ਟੁੱਟ ਜਾਣਗੇ, ਲਹੂ ਲੁਹਾਨ ਹੋ ਜਾਏਗਾ। ਪਰ ਜਿਹੜੇ ਪੱਥਰ ਆਮ ਤੌਰ ਤੇ ਸਾਡੇ ਹੱਡ ਭੰਨਦੇ ਨੇ, ਉਹ ਇੰਜ ਜਿਵੇਂ ਕਈ ਕੁਆਂਟਲ ਰੂਹ ਪਿੰਜ ਕੇ ਪੰਡਾਂ ਦੀਆਂ ਪੰਡਾਂ ਸੁੱਟੀਆਂ ਆਉਣ ਤੇ ਉਹ ਬੁੱਕਲ ਵਿੱਚ ਲੈ ਕੇ ਕਹਿਣ ਸ਼ੁਕਰ ਹੈ ਭਗਤ ਜੀ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ। ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਸਿਰਫ ਤਰਕ ਦੇ ਤਲ ਦੇ ਉੱਤੇ ਜੇ ਸੋਚਾਂਗੇ ਤੇ ਕਵਾਂਗੇ ਨਹੀਂ ਇਹ ਨਹੀਂ ਹੋ ਸਕਦਾ। ਪਰ ਨਾਲ ਉਹਨਾਂ ਕਿਹਾ ਰਾਜਾ ਰਾਮ ਮਾਇਆ ਫੇਰੀ, ਇਹ ਸਾਰੀ ਉਹਦੀ ਮਾਇਆ ਹੈ। ਉਹ ਚਾਹੇ ਤੇ ਮਾਇਆ ਦਾ ਸੁਭਾਅ ਵੀ ਬਦਲ ਸਕਦਾ ਹੈ, ਕਿਉਂਕਿ ਨਿਰੰਕਾਰ ਵਾਸਤੇ ਕੁਝ ਵੀ ਅਸੰਭਵ ਨਹੀਂ, ਸਭ ਕੁਝ ਸੰਭਵ ਹੈ। ਵੱਡੀਆਂ ਵੱਡੀਆਂ ਜਿਵੇਂ ਰੂਹ ਦੀਆਂ ਪੰਡਾਂ ਪਿੰਜ ਕੇ ਸੁੱਟੀਆਂ ਹੁੰਦੀਆਂ ਨੇ ਤੇ ਬੁੱਕਲ 'ਚ ਲੈ ਕੇ ਆਖਣ ਵੀ ਸ਼ੁਕਰ ਹੈ ਸੇਵਾ ਦਾ ਮੌਕਾ ਮਿਲਿਆ। ਆਮ ਤੌਰ ਤੇ ਜਦੋਂ ਅਸੀਂ ਰੁੱਖ ਤੋਂ ਕੋਈ ਥੱਲੇ ਡਿੱਗਦਾ ਜਾਂ ਸੁੱਟਿਆ ਜਾਂਦਾ ਹੈ ਤਾਂ ਉਹਦੀ ਚੋਟ ਜਿੰਨਾ ਉੱਤੇ ਥਾਂ ਤੋਂ ਡਿੱਗਦਾ ਉਨੀ ਜ਼ਿਆਦਾ ਚੋਟ ਹੈ। ਇੱਕ ਤੇ ਉੱਚੇ ਥਾਂ ਤੋਂ ਜਦੋਂ ਅਸੀਂ ਡਿੱਗਣੇ ਆ ਤੇ ਸੁਭਾਵਕ ਜਿਵੇਂ ਜਿਵੇਂ ਜਿਹੜੀ ਧਰਤੀ ਦੀ ਗੁਰਤਵਾਕਰਸ਼ਣ ਸ਼ਕਤੀ ਉਹ ਵੀ ਉਹਨੂੰ ਖਿੱਚਦੀ ਹੈ ਉੱਚੇ, ਔਰ ਉਹ ਅਕਸਮਾਤ ਜਿਹੜਾ ਜਦੋਂ ਟਕਰਾਉਂਦਾ ਹੈ ਪ੍ਰਿਥਵੀ ਦੇ ਨਾਲ ਤੇ ਉਹ ਚੋਟਾਂ ਲੱਗਦੀਆਂ ਨੇ। ਪਰ ਕਹਿੰਦੇ ਨੇ ਰੁੱਖਾਂ ਤੋਂ ਸੁੱਟਣ ਨਾਲ ਵੀ ਭਗਤ ਨੂੰ ਕੋਈ ਚੋਟ ਨਹੀਂ ਲੱਗੀ। ਫਿਰ ਪਾਣੀ ਦੇ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਪਾਣੀ ਨੇ ਸੁਭਾਅ ਬਦਲ ਲਿਆ। ਔਰ ਫਿਰ ਜਿਸ ਵੇਲੇ ਭੂਆ ਹੋਲਕਾ ਕਹਿਣ ਲੱਗੀ ਮੈਨੂੰ ਤੇ ਵਾਰੇ ਵੀ ਮੈਨੂੰ ਅੱਗ ਨਹੀਂ ਸਾੜ ਸਕਦੀ, ਮੈਂ ਇਹਨੂੰ ਝੋਲੀ 'ਚ ਲੈ ਕੇ ਅੱਗ 'ਚ ਬਹਿ ਜਾਂਦੀ ਹਾਂ। ਹੋਲਕਾ ਸੜ ਮਰੀ ਤੇ ਪ੍ਰਹਿਲਾਦ 12 ਵੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਕੇ ਬਾਹਰ ਨਿਕਲ ਆਇਆ। ਇਹਨੂੰ ਅੰਮ੍ਰਿਤ ਬਾਣੀ ਕਹਿੰਦੀ ਗਿਰ, ਤਰ, ਜਲ, ਜਵਾਲਾ ਭੈ ਰਾਖਿਓ। ਡਰ ਦਿੱਤੇ 4 ਕਿਸਮ ਦੇ, ਰਾਜਾ ਰਾਮ ਮਾਇਆ ਫੇਰੀ, ਇਹ 3 ਆਰ ਕਰ ਲੈ। ਉਹਨਾਂ ਨੇ ਵੀ ਆ ਕੇ ਸਰੈਂਡਰ ਕਰ ਦਿੱਤਾ, ਇਹ ਨਹੀਂ ਮਰਦਾ। ਹੁਣ ਘਰ ਆ ਗਏ। ਇੱਕ ਦਿਨ ਘਰ ਦਾ ਖੁੱਲਾ ਲਿਵਿੰਗ ਹਾਲ ਹੈ, ਸਾਹਮਣੇ ਪੁੱਤਰ ਆ ਰਿਹਾ ਹੈ, ਇੱਧਰੋਂ ਹਰਨਾਕਸ਼ ਆ ਰਿਹਾ ਹੈ, ਲੱਕ ਨਾਲ ਬੱਧੀ ਹੋਈ ਬੈਲਟ ਦੇ ਨਾਲ 3 ਫੁੱਟੀ ਕਿਰਪਾਨ ਪਾਈ ਹੋਈ ਹੈ। ਤੇ ਕਹਿੰਦੇ ਨੇ ਕਬਜ਼ੇ ਤੇ ਹੱਥ ਰੱਖ ਕੇ ਸਰਰ ਕਰਕੇ ਬਾਹਰ ਕੱਢ ਕੇ ਕਿਰਪਾਨ ਕਹਿਣ ਲੱਗਾ ਵੀ ਬੜੇ ਆਰ ਕੀਤੇ ਨੇ, ਤੂੰ ਨਹੀਂ ਮਰਿਆ, ਅੱਜ ਆਪਣੇ ਹੱਥੀਂ ਤੇਰਾ ਕਲਿਆਣ ਕਰਨਾ। ਹੁਣ ਸੱਦ ਆਪਣੇ ਰਾਮ ਨੂੰ, ਮੈਂ ਦੇਖਣਾ ਵਾਂ ਤੇਰਾ ਰਾਮ ਮੇਰੇ ਕ੍ਰੋਧ ਤੋਂ ਤੈਨੂੰ ਕਿਵੇਂ ਬਚਾਉਂਦਾ ਹੈ। ਕਾੜ ਖੜਗ ਕਾਲ ਭੈ ਕੋ ਪਿਓ, ਮੋਹਿ ਬਤਾਓ ਜੋ ਤੋਹਿ ਰੱਖ ਹੈ। ਦੱਸ ਕੌਣ ਤੈਨੂੰ ਮੇਰੇ ਤੋਂ ਬਚਾਏਗਾ। ਲਿਖਿਆ ਪੀਤ ਪਿਤੰਬਰ ਤ੍ਰਿਭਵਨ ਧਨੀ, ਥੰਬ ਮਾਹੇ ਹਰ ਪਾਖ ਹੈ। ਹਰਨਾਕਸ਼ ਜਿਨ ਨਖੈ ਬਿਦਾਰੇ, ਬੰਦਗੀ ਕੀਤੀ ਸੀ। ਨਾ ਮਨੁੱਖ ਤੋਂ ਮਰਾ, ਨਾ ਜਾਨਵਰ ਤੋਂ ਮਰਾ, ਨਾ ਦਿਨੇ ਮਰਾ, ਨਾ ਰਾਤ ਮਰਾ, ਨਾ ਅੰਦਰ ਮਰਾ, ਨਾ ਬਾਹਰ ਮਰਾ, ਨਾ ਧਰਤੀ ਤੇ ਮਰਾ, ਨਾ ਅਸਮਾਨ 'ਚ ਮਰਾ। ਨਿਰੰਕਾਰ ਨੇ ਨਰਸਿੰਘ ਦਾ ਰੂਪ ਕਹਿੰਦੇ ਧਾਰਨ ਕੀਤਾ। ਹੇਠਲਾ ਧੜ ਨਰ ਦਾ, ਉਤਲਾ ਸਿੰਘ ਦਾ। ਕੋਸਮੋਸਾ ਸੂਰਜ ਦੀ ਟਿੱਕੀ ਅੱਧੀ ਅੰਦਰ ਤੇ ਅੱਧੀ ਬਾਹਰ ਚੁੱਕ ਲਿਆ, ਰੱਖ ਲਿਆ ਜੰਗਾਂ ਦੇ ਉੱਤੇ, ਦਲੀਜਾਂ 'ਚ ਬਹਿ ਗਿਆ। ਕਹਿਣ ਲੱਗੇ ਵੇਖ ਹਰਨਾਕਸ਼, ਨਾ ਇਹ ਅੰਦਰ ਹੈ ਨਾ ਬਾਹਰ ਹੈ, ਨਾ ਤੂੰ ਜ਼ਮੀਨ ਤੇ ਹੈ ਨਾ ਤੂੰ
ਅਸਮਾਨ 'ਚ, ਨਾ ਦਿਨ ਹੈ ਔਰ ਨਾ ਰਾਤ ਤੇ, ਔਰ ਧਿਆਨ ਨਾਲ ਮੇਰੇ ਵੱਲ ਵੇਖ, ਨਾ ਮੈਂ ਨਰ ਹਾਂ ਨਾ ਹੀ ਸਿੰਘ ਹਾਂ। ਤੈਨੂੰ ਦਿੱਤੀਆਂ ਹੋਏ ਸਾਰੇ ਬਚਨ ਪੂਰੇ ਨੇ, ਪਰ ਹੁਣ ਤੇਰਾ ਅੰਤਮ ਸਮਾਂ ਆ ਗਿਆ। ਨਖੈ ਬਿਦਾਰਿਓ ਸੁਰ ਨਰ ਕੀਏ ਸਨਾਥਾ, ਕਹਿ ਨਾਮ ਦਿਓ ਹਮ ਨਰ ਹਰ ਧਿਆਵੇਂ, ਕਿਉਂਕਿ ਰਾਮ ਅਭੈ ਪਦ ਦਾਤਾ, ਉਹ ਨਿਰਭੈਤਾ ਦੀ ਦਾਤ ਦਿੰਦਾ ਹੈ। ਜਿਹੜੇ ਉਹਦੇ ਨਾਲ ਜੁੜ ਜਾਣ ਉਹਨਾਂ ਨੂੰ ਨਿਰਭੈਤਾ ਦੀ ਦਾਤ ਦਿੰਦਾ ਹੈ, ਔਰ ਜਦੋਂ ਤੱਕ ਉਹ ਬਚਾਉਣ ਤੇ ਆਵੇ ਉਦੋਂ ਤੱਕ ਕੋਈ ਮਾਰ ਵੀ ਨਹੀਂ ਸਕਦਾ। ਭਗਤ ਕਬੀਰ ਸਾਹਿਬ ਨੇ ਆਪਣੀ ਹੱਡ ਬੀਤੀ ਲਿਖੀ ਹੈ ਬਾਣੀ 'ਚ, ਕਹਿੰਦੇ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ, ਸ਼ਰਤਾਂ ਤੇ 2-3 ਹੀ ਹੁੰਦੀਆਂ ਸਨ। ਮੈਂ ਸੰਖੇਪ 'ਚ ਬੇਨਤੀ ਕਰਾਂ, ਜਦੋਂ ਨਾ ਮੰਨੀਆਂ ਤੇ ਕਹਿਣ ਲੱਗੇ ਵੀ ਇੱਕ ਚਾਦਰ ਵਿਛਾ ਕੇ, ਨਾ ਬਾਣੀ 'ਚ ਲਿਖਿਆ ਚਾਦਰ ਵਿਛਾ ਕੇ, ਕਹਿਣ ਲੱਗੇ ਵੀ ਇਹਦੇ ਤੇ ਲੰਮਾ ਪੈ ਜਾ। ਪੈ ਗਿਆ। 2 ਪਹਿਲਵਾਨਾਂ ਵਰਗੇ ਬੰਦੇ 2-2 ਕੰਨੀਆਂ ਫੜੀਆਂ, ਕੱਸ ਕੇ, ਜਿਵੇਂ ਆਪਾਂ ਪੱਠੇ ਬੰਨ੍ਹਦੇ ਆ ਨਾ, ਅਨਾਜ ਬੰਨ੍ਹਦੇ ਆ, ਉਹਦੀ ਪੋਟਲੀ ਜੀ ਬਣਾ ਦਿੱਤੀ, ਔਰ ਹਾਥੀ ਲਿਆਂਦਾ, ਮਹਾਵਤ ਉੱਤੇ ਚੜ੍ਹ ਕੇ ਬਹਿ ਗਿਆ। ਪੋਟਲੀ ਨੂੰ ਦੋਵਾਂ ਨੇ ਉਧਰ ਉਧਰ ਫੜ ਕੇ 2 ਘੂੰਟੇ ਦੇ ਕੇ ਉਹ ਮਾਰਿਆ ਪਵਾ ਕੇ। ਔਰ ਮਹਾਵਤ ਨੂੰ ਕਾਜੀ ਕਹਿਣ ਲੱਗਾ ਬਈ ਇਹਨੂੰ ਹਾਥੀ ਨੂੰ ਛੇੜ ਤੇ ਇਹਦੇ ਹਾਥੀ ਦੇ ਪੈਰਾਂ ਦੇ ਥੱਲੇ ਮਿੱਧ ਕੇ ਕਬੀਰ ਨੂੰ ਖਤਮ ਕਰ ਦੇ। ਪੂਜਾ ਬਾਂਧ, ਪਹਿਲਾਂ ਮੇਰੀਆਂ ਬਾਹਾਂ ਪਿਛਲੇ ਪਾਸੇ ਬੰਨ ਲਈਆਂ ਤੇ ਫਿਰ ਪਿਲਾ ਕਰ ਡਾਰਿਓ, ਢੇਮ ਜੀ ਬਣਾ ਕੇ ਨਾ ਮੈਨੂੰ ਚਾਦਰ 'ਚ ਬੰਨ ਕੇ ਹਾਥੀ ਦੇ ਅੱਗੇ ਰੇੜ ਦਿੱਤਾ। ਪਿਲਾ ਢੇਮ, ਉਹ ਹਸਤੀ ਕਰੂਪ ਮੂੰਡ ਮੈਂ ਮਾਰਿਓ, ਉਹ ਜਿਹੜਾ ਅੰਕੁਸ਼ ਹੈ ਉਹਦੇ ਸਿਰ 'ਚ ਮਾਰਿਆ, ਗੁੱਸੇ ਨਾਲ ਵੀ ਚਾੜੇ ਦੇ ਉੱਤੇ ਹਸਤ ਭਾਗ ਕੇ ਚੀਸਾਂ ਮਾਰੇ। ਉਹ ਚੀਖਾਂ ਮਾਰ ਮਾਰ ਕੇ ਪਿਛਾਂ ਦੌੜਦਾ ਤੇ ਮਾਨੋ ਕਹਿ ਰਿਹਾ ਹੈ ਇਹ ਮੂਰਤ ਕਹਿ ਬਲਿਹਾਰੇ, ਮੈਂ ਤੇ ਇਸ ਕਬੀਰ ਤੋਂ ਬਲਿਹਾਰ ਹਾਂ, ਮੈਂ ਤੇ ਨਹੀਂ ਇਹਦੇ ਉੱਤੇ ਚੜਦਾ, ਮੈਂ ਤੇ ਨਹੀਂ ਇਹਨੂੰ ਆਪਣੇ ਪੈਰਾਂ ਥੱਲੇ ਮਿੱਧਦਾ। ਫਿਰ ਭਗਤ ਜੀ ਪਤਾ ਕੀ ਅਗਲੇ ਰਾਹ ਵਾਲੀ ਪੰਕਤੀ 'ਚ ਕਹਿੰਦੇ ਆਹ ਮੇਰੇ ਠਾਕੁਰ ਤੁਮਰਾ ਜੋਰ, ਹੇ ਰੱਬ ਜੀ ਸਾਨੂੰ ਨਿਮਾਣਿਆਂ ਨੂੰ ਤੇ ਤੇਰਾ ਮਾਣ ਏ, ਅਸੀਂ ਤੇ ਤੇਰੇ ਜ਼ੋਰ ਦੇ ਉੱਤੇ ਮਾਨ ਕਰਨੇ ਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਸਾਨੂੰ ਤੇ ਕੋਈ ਆਸਰਾ ਹੀ ਕੋਈ ਨਹੀਂਗਾ, ਕੋਈ ਕਿਸੇ ਦਾ ਕੋਈ ਕਿਸੇ ਦਾ, ਔਰ ਸਾਡਾ ਗਰੀਬਾਂ ਦਾ ਤੇ ਸਿਰਫ ਤੂੰ ਹੈ, ਅਸੀਂ ਤੇ ਤੇਰੇ ਆਸਰੇ ਛਾਲਾ ਮਾਰਨੇ। ਆਹੇ ਮੇਰੇ ਠਾਕੁਰ ਤੁਮਰਾ ਜੋਰ, ਪਰ ਕਾਜੀ ਬਕਬੋ, ਕਾਜੀ ਉੱਚੀ ਉੱਚੀ ਮਹਾਵਤ ਨੂੰ ਕਹਿੰਦਾ ਹਸਤੀ ਤੋਰ, ਇਹਨੂੰ ਹਾਥੀ ਨੂੰ ਤੋਰ ਚਾੜੇ ਦੇ ਉੱਤੇ। ਹਾਥੀ ਨਹੀਂ ਚੜਦਾ। ਫਿਰ ਉਹਨੂੰ ਕਹਿੰਦਾ ਰੇ ਮਹਾਵਤ ਤੁਝ ਡਾਰੋਂ ਕਾਟ, ਤੇਰੇ ਡੱਕਰੇ ਡੱਕਰੇ ਕਰਵਾ ਦਿਆਂਗਾ, ਟੁਕੜੇ ਟੁਕੜੇ ਕਰਵਾ ਦਿਆਂਗਾ ਤੇਰੇ, ਨਹੀਂ ਤੇ ਚਾੜ ਇਸ ਹਾਥੀ ਨੂੰ ਕਬੀਰ ਦੇ ਉੱਤੇ। ਰੇ ਮਹਾਵਤ ਤੁਝ ਡਾਰੋਂ ਕਾਟ ਇਸੇ ਤਰਾਵੋ, ਇਹਨੂੰ ਤੋਰ ਤੇ ਘਾਲੋ ਸਾਟ ਕਬੀਰ ਨੂੰ ਸੱਟਾਂ ਮਰਵਾ। ਹਸਤ ਨਾ ਤੋਰੈ, ਹਾਥੀ ਨਹੀਂ ਤੁਰਦਾ, ਧਰੈ ਧਿਆਨ ਮਨੁ ਵਾਕੇ ਹਿਰਦੈ ਬਸੈ ਭਗਵਾਨ। 3 ਵਾਰ ਪਤੀਆ ਪਰ, 3 ਵਾਰੀ ਮੋੜ ਮੋੜ ਕੇ ਹਾਥੀ ਲਿਆਏ। ਹਾਥੀ ਦਾ ਮਨ ਪਤੀਜ ਗਿਆ, ਪਰ ਇਹਨਾਂ ਧਾਰਮਿਕ ਆਗੂਆਂ ਦਾ ਤੇ ਰਾਜਨੀਤਿਕ ਆਗੂਆਂ ਦਾ ਮਨ ਅਜੇ ਵੀ ਨਹੀਂ ਪਤੀਜਿਆ। 3 ਵਾਰ ਪਤੀਆ ਪਰ ਲੀਨਾ, ਮਨ ਕਠੋਰ ਅਜਹੂ ਨਹਿ ਪਤੀਨਾ, ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਸਾਡੀ ਜਿੰਦ ਤੇ ਸਾਡੇ ਨਿਰੰਕਾਰ ਦੇ ਚਰਨਾਂ 'ਚ ਵਸਦੀ ਹੈ, ਜਦੋਂ ਤੱਕ ਉਹ ਨਾ ਕੱਢਣੀ ਚਾਹੇ ਤੁਹਾਡੇ ਤੋਂ ਨਹੀਂ ਨਿਕਲਦੀ। ਕਹਿਣ ਲੱਗੇ ਇਹਨੂੰ ਜੰਜੀਰਾਂ 'ਚ ਜੜ ਕੇ ਨਾ ਚੰਗੀ ਤਰ੍ਹਾਂ, ਤੇ ਜਿੱਥੇ ਡੂੰਘੀ ਗੰਗਾ ਉੱਥੇ ਸੁੱਟੋ ਤਾਂ ਕਿ ਜੰਜੀਰਾਂ ਦੇ ਭਾਰ ਨਾਲ ਡੁੱਬ ਮਰੇ। ਪਰ ਕਹਿੰਦੇ ਨੇ ਜਿਸ ਪਾਣੀ ਦਾ ਸੁਭਾਅ ਹੈ ਭਾਰ ਨੂੰ ਡੋਬਣਾ, ਜਿਹੜੀਆਂ ਲਹਿਰਾਂ ਠੇਲਦੀਆਂ ਨੇ ਉਹਨਾਂ ਲਹਿਰਾਂ ਨੇ ਸੰਗਲਾਂ ਨਾਲ ਵੱਜ ਕੇ ਸੰਗਲ ਤੋੜ ਦਿੱਤੇ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਾ ਸਮਾਏ। ਔਰ ਫਿਰ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹੋ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਬਾਹਰ ਨਿਕਲ ਆਏ, ਛੱਪਰ 'ਚ ਚਲੇ ਗਏ। ਕਹਿਣ ਲੱਗੇ ਜੀ ਗੰਗਾ 'ਚੋਂ ਵੀ ਨਿਕਲ ਆਇਆ, ਹੁਣ ਕਿੱਥੇ ਵੇ? ਇੱਕ ਛੰਨ ਜੀ ਪਾ ਕੇ ਰਹਿੰਦਾ ਉਹਦੇ 'ਚ ਵੜ ਗਿਆ। ਕਹਿਣ ਲੱਗੇ ਜਦੋਂ ਸੌਂ ਜਾਏ
ਛਾਨਣ ਨੂੰ ਹੀ ਅੱਗ ਲਾ ਦਿਓ। ਬਾਣੀ 'ਚ ਲਿਖਿਆ, ਮੈਂ ਨਹੀਂ ਕਹਿੰਦਾ। ਛਾਨਣ ਨੂੰ ਅੱਗ ਲਾ ਦਿੱਤੀ। ਕਿਸੇ ਆਖਿਆ, ਕਬੀਰ ਛਾਨਣ ਨੂੰ ਤੇ ਬਾਹਰੋਂ ਅੱਗ ਲਾ ਗਏ ਨੇ, ਬਾਹਰ ਆ ਜਾ। ਕਹਿਣ ਲੱਗੇ, ਅੱਗ ਲਾ ਗਏ ਨੇ? ਕਹਿਣ ਲੱਗੇ, ਹਾਂ ਪਾਵਕ ਲਾ ਗਏ ਨੇ, ਅੱਗ ਲਾ ਗਏ ਨੇ। ਕਹਿਣ ਲੱਗੇ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਤਨ ਰਹਿਓ ਸਮਾਏ। ਕਾ ਕੋ ਜਰੇ ਕਾਹੇ ਹੋਈ ਹਾਨ, ਨਟ ਵਟ ਖੇਲੇ ਸਾਰੰਗ ਪਾਨ। ਕਉ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਕਰਤਾ ਸਭ ਕੋ ਤੇਰਾ ਜੋਰ, ਸਭ ਕੁਝ ਤੇਰੇ ਹੱਥ 'ਚ ਹੈ। ਇੱਕ ਸ਼ਬਦ ਵਿਚਾਰੀਏ, ਤੇਰੀ ਸਿਫਤ ਸਲਾਹ ਨਾਲ ਜੁੜ ਜਾਈਏ ਤੇ ਇਹ ਗੱਲ ਸਮਝ ਆ ਜਾਂਦੀ ਹੈ ਵੀ ਜਾਂ ਤੂੰ ਜਿਹਦੇ ਸਿਰ ਤੇ ਤੂੰ ਹੈ ਤਾਂ ਕਿਆ ਹੋਰ। ਭਾਵੇਂ ਉੱਥੇ ਆਤਮਕ ਮੌਤ ਦੀ ਗੱਲ ਹੈ, ਜਿਹੜੀ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਪਰ ਉੱਥੇ ਵੀ ਮਹਾਰਾਜ ਕਹਿੰਦੇ ਨੇ ਜਿਹਦੇ ਸਿਰ ਤੇ ਉਹ ਹੈ ਉਹਨੂੰ ਕੋਈ ਦੁੱਖ ਨਹੀਂ। ਹਜ਼ੂਰ ਕਹਿੰਦੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਜਿਸ ਕੇ ਸਿਰ ऊपर तू स्वामी, जिस के सिर 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 ऊपर तू स्वामी। सो दुख कैसा पावे, सो दुख कैसा पावे, सो दुख कैसा पावे, सो दुख कैसा पावे। ਇਸ ਲਈ ਹਜ਼ੂਰ ਫਰਮਾਨ ਕਰ ਰਹੇ ਨੇ, ਕਰਤਾ ਹੈ ਅਕਾਲ ਪੁਰਖ ਵੈਗੁਰੂ, ਸਭ ਕੋ ਤੇਰਾ ਜ਼ੋਰ। ਸਭ ਕੁਝ ਉਹਦੇ ਹੁਕਮ ਵਿੱਚ ਹੈ, ਤੇਰੇ ਹੁਕਮ ਵਿੱਚ ਹੁੰਦਾ ਹੈ। ਇੱਕ ਸ਼ਬਦ ਵਿਚਾਰੀਏ, ਜਾਂ ਤੂੰ ਤਾਂ ਕਿਆ ਹੋਰ। ਕੌਣ ਸਾਡਾ ਕੁਝ ਵਿਗਾੜ ਸਕਦਾ ਹੈ? ਇਹ ਸਿੱਖ ਦਾ ਵਿਸ਼ਵਾਸ ਬਣ ਜਾਏ, ਜਦੋਂ ਤੂੰ ਸਾਡੇ ਸਿਰ ਤੇ ਹੈ ਤੇ ਫਿਰ ਕੋਈ ਕੁਝ ਨਹੀਂ ਕਰ ਸਕਦਾ। ਤੂੰ ਕਰਨ ਤੇ ਆਵੇਂ ਤੇ ਛੋਟੀ ਜੀ ਤਾਕਤ ਤੋਂ ਵੀ ਕਰਾ ਸਕਣਾ। ਨੀਕੀ ਕੀਰੀ ਮੈਂ ਕੱਲ ਰੱਖ ਹੈ, ਉਹ ਕੀ ਕਰੇਗੀ? ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਪਰ ਜਿਸਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਮਾਰੇ ਨਾ ਰਾਖੇ ਅਵਰ ਨਾ ਕੋਏ। ਸਰਬ ਜੀਆਂ ਕਾ ਰਾਖਾ, ਕਾਹੇ ਸੋਚ ਕਰੇ ਰੇ ਪ੍ਰਾਣੀ, ਕਾਹੇ ਸੋਚ ਕਰੇ ਰੇ ਪ੍ਰਾਣੀ। ਕਾਹੇ ਸੋਚ ਕਰੇ ਰੇ ਪ੍ਰਾਨੀ, ਕਾਹੇ ਸੋਚ ਕਰੇ ਰੇ ਪ੍ਰਾਨੀ, ਕਾਹੇ ਸੋਚ ਕਰੇ ਰੇ ਪ੍ਰਾਣੀ, ਕਾਹੇ ਸੋਚ ਕਰੇ ਰੇ ਪ੍ਰਾਣੀ। ਕਾਹੇ ਸੋਚ ਕਰੇ ਰੇ ਪ੍ਰਾਨੀ, ਕਾਹੇ ਸੋਚ ਕਰੇ ਰੇ ਪ੍ਰਾਨੀ। ਜਪ ਨਾਨਕ ਪ੍ਰਭ ਅਲਖ ਵਿਡਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਜਪ ਨਾਨਕ ਪ੍ਰਭ ਅਲਖ ਵਿਡਾਨੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਜਾਏ ਪੁੱਛ ਭਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਬੇਸ਼ੱਕ ਉਹਨਾਂ ਜੀਵ ਇਸਤਰੀਆਂ ਨੂੰ ਪੁੱਛ ਕੇ ਵੇਖ ਲਓ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਚੁੱਕੀ ਹੈ। ਜਿਸ ਤਰ੍ਹਾਂ ਸੁਹਾਗਣ ਸ਼ਬਦ ਅਸੀਂ ਫਰਸ਼ੀ ਤੌਰ ਤੇ ਉਸ ਬੀਬਾ ਵਾਸਤੇ ਵਰਤਨੇ ਆ ਜਿਹੜੀ ਵਿਆਹੁਤਾ ਹੁੰਦੀ ਏ ਔਰ ਜਿਹਦੇ ਸਿਰ ਦੇ ਉੱਤੇ ਸਾਈਂ ਦਾ ਸਾਇਆ ਕਾਇਮ ਦਾਇਮ ਹੁੰਦਾ ਹੈ, ਉਹਨੂੰ ਸੁਹਾਗਣ ਕਹਿੰਦੇ ਆ। ਇਸੇ ਤਰ੍ਹਾਂ ਨਿਰੰਕਾਰੀ ਫੀਲਡ ਵਿੱਚ ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਵਰ ਬਣਾ ਲਿਆ ਹੈ ਔਰ ਕਹਿ ਰਹੀਆਂ ਨੇ ਵਿਆਹ ਹੁਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਉਹ ਜਿਨ੍ਹਾਂ ਨੇ ਜੀਂਦੇ ਜੀ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਈ ਹੈ, ਬੇਸ਼ੱਕ ਉਹਨਾਂ ਨੂੰ ਪੁੱਛ ਕੇ ਵੇਖ ਲਓ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਵੇ ਸਤਸੰਗੀ ਸਹੇਲੀਓ, ਭੈਣੋ, ਗੁਰਮੁਖ ਪਿਆਰਿਓ, ਤੁਹਾਨੂੰ ਸੁਣਿਆ ਵੀ ਜੀਂਦੇ ਜੀ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ ਤੇ ਕਿੰਨਾ ਗੁਣਾ ਕਰਕੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਉਹ ਵੀ ਤੁਹਾਨੂੰ ਇਹ ਹੀ ਬਚਨ ਦੱਸਣਗੇ। ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਤਿੰਨਾਂ ਗੁਣਾਂ ਦਾ ਇੱਥੇ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਗੁਰਮੁਖੋ।
ਇੱਕ ਸਹਿਜ ਆਤਮਕ ਅਡੋਲਤਾ, ਔਰ ਦੂਸਰਾ ਸੰਤੋਖ, ਔਰ ਤੀਸਰਾ ਮਿੱਠਾ ਬੋਲਣਾ। ਜਦੋਂ ਬਾਣੀਕਾਰਾਂ ਨੇ ਚੰਗਿਆਈਆਂ ਦੀ ਗੱਲ ਕੀਤੀ, ਗੁਣਾਂ ਦੀ ਗੱਲ ਕੀਤੀ, ਤੇ ਦਰਜਨਾਂ ਗੁਣਾਂ ਤੇ ਚੰਗਿਆਈਆਂ ਦਾ ਵੀ ਜ਼ਿਕਰ ਕੀਤਾ, ਫਿਰ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਨਿਚੋੜ ਕੱਢ ਕੇ ਸਾਨੂੰ ਇਹ ਵੀ ਕਹਿ ਦਿੱਤਾ ਵੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਰੇ ਗੁਣ ਚੰਗੇ ਨੇ, ਪਰ ਨਿਮਰਤਾ ਤੇ ਮਿੱਠਾ ਬੋਲਣਾ, ਇਹਨਾਂ ਨੂੰ ਸਾਰੇ ਗੁਣਾਂ ਤੇ ਸਾਰੀਆਂ ਚੰਗਿਆਈਆਂ ਦਾ ਨਿਚੋੜ ਦੱਸਿਆ ਬਾਣੀਕਾਰਾਂ ਨੇ। ਇੱਥੇ ਮਹਾਰਾਜ ਨੇ ਇੱਕ ਹੋਰ ਐਡ ਕੀਤਾ ਗੁਰੂ ਨਾਨਕ ਸਾਹਿਬ ਨੇ, ਉਹ ਹੈ ਸਹਿਜ। ਇਹਨਾਂ ਤਿੰਨਾਂ ਨੂੰ ਅਸੀਂ ਥੋੜਾ ਥੋੜਾ ਵਿਚਾਰ ਕਰ ਲਈਏ। ਪਹਿਲੀ ਗੱਲ ਸਹਿਜ। ਸਹਿਜ ਕੀ ਹੈ? ਕੱਲ ਗੱਲ ਹੋਈ ਸੀ ਸਹਿਜ ਦੀ ਆਤਮਕ ਖਿਮਾ ਕਰਨਾ ਸਲੋਲੀ ਦੇ ਸੈਂਸ ਵਿੱਚ, ਹੌਲੀ ਹੌਲੀ, ਆਸਤਾ ਆਸਤਾ। ਅੱਜ ਜਿਹੜਾ ਸਹਿਜ ਹੈ ਇਹ ਉਹਨਾਂ ਅਰਥਾਂ ਵਿੱਚ ਨਹੀਂ ਜਿਸ ਤਰ੍ਹਾਂ ਸਹਿਜ ਅਵਲ ਧੂੜ ਮਨੀ ਗਾਡੀ ਚਾਲਤੀ। ਅੱਜ ਸਹਿਜ ਦੇ ਅਰਥ ਨੇ ਆਤਮਕ ਅਡੋਲਤਾ, ਭਾਵ ਜਿੱਥੇ ਬੰਦੇ ਦੀ ਆਤਮਾ ਨਾ ਡੋਲੇ, ਮੁਸੀਬਤ ਵੱਡੇ ਤੋਂ ਵੱਡੀ ਕਿਉਂ ਨਾ ਹੋਵੇ। ਔਰ ਮੈਂ ਇੱਕ ਹੋਰ ਅਰਜ਼ ਕਰਾਂ, ਜਿਹੜੇ ਮਨੁੱਖ ਆਤਮਕ ਅਡੋਲਤਾ ਦੇ ਧਾਰਨੀ ਬਣ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਪਰੇਸ਼ਾਨੀਆਂ ਆਉਂਦੀਆਂ ਨੇ, ਤਕਲੀਫਾਂ ਆਉਂਦੀਆਂ ਨੇ, ਮੁਸੀਬਤਾਂ ਆਉਂਦੀਆਂ ਨੇ, ਉਹਨਾਂ ਨੂੰ ਹੋਰ ਪਾਲਿਸ਼ ਕਰਕੇ ਚਲੀਆਂ ਜਾਂਦੀਆਂ। ਬੜੇ ਬੜੇ ਵੱਡੇ ਤੂਫਾਨ ਆਉਂਦੇ ਨੇ, ਕਿਸੇ ਨੂੰ ਸੁਨਾਮੀ, ਕਿਸੇ ਦਾ ਕੁਝ ਸਾਇੰਸ ਦਾ ਨਾਂ ਰੱਖਦੇ ਨੇ, ਔਰ ਸਮੁੰਦਰਾਂ ਦੇ ਕਿਨਾਰਿਆਂ ਦੇ ਉੱਤੇ ਜਿਹੜੀਆਂ ਪੱਥਰਾਂ ਦੀਆਂ ਚਟਾਨਾਂ ਹੁੰਦੀਆਂ ਨੇ ਉਹਦੇ ਵਿੱਚ ਜਜ਼ਬ ਹੋ ਜਾਂਦੀਆਂ। ਸਭ ਕੁਝ ਨੇਸਤੋ ਨਾਬੂਦ, ਦਰਖਤ, ਘਰ, ਬੂਆ ਸਭ ਹੂੰਝ ਕੇ ਲੈ ਜਾਂਦੇ ਨੇ। ਪਰ ਜਦੋਂ ਤੂਫਾਨ ਸ਼ਾਂਤ ਹੁੰਦਾ ਹੈ, ਉਹ ਸਮੁੰਦਰ ਦੇ ਕਿਨਾਰੇ ਤੇ ਜਾਈਏ ਤੇ ਜਿਹੜੀਆਂ ਪੱਥਰ ਦੀਆਂ ਚਟਾਨਾਂ ਨੇ ਉਹਨਾਂ ਨੂੰ ਧਿਆਨ ਨਾਲ ਵੇਖੀਏ ਤੇ ਹੈਰਾਨ ਰਹਿ ਜੀਦਾ ਵੀ ਜਿਵੇਂ ਇਹਨਾਂ ਨੂੰ ਕੋਈ ਤਾਜ਼ੀ ਪਾਲਿਸ਼ ਕਰਕੇ ਗਿਆ ਹੋਵੇ, ਹੋਰ ਉਹਨਾਂ ਨੂੰ ਧੋ ਜਾਂਦਾ, ਹੋਰ ਚੰਗੇ ਕਰ ਜਾਂਦਾ, ਕਿਉਂਕਿ ਉਹ ਬਿਲਕੁਲ ਛਾਤੀ ਤਾਣ ਕੇ ਖੜੀਆਂ ਰਹੀਆਂ, ਡੋਲੀਆਂ ਨਹੀਂ। ਇਸੇ ਤਰ੍ਹਾਂ ਜਿਹੜੇ ਜੀਵ ਪਰੇਸ਼ਾਨੀਆਂ ਵਿੱਚ, ਮੁਸੀਬਤਾਂ ਵਿੱਚ, ਦੁੱਖਾਂ ਵਿੱਚ ਡੋਲਦੇ ਨਹੀਂ, ਖੜੇ ਰਹਿੰਦੇ ਨੇ, ਮੁਸੀਬਤਾਂ ਉਲਟਾ ਉਹਨਾਂ ਨੂੰ ਧੋ ਕੇ ਚਲੀਆਂ। ਹੋਰ ਸੌਖੇ ਢੰਗ ਨਾਲ ਗੱਲ ਸਮਝ ਲਓ, ਮੁਸੀਬਤ ਕੀ ਹੈ? ਕੋਈ ਈਰਖਾ ਕਰਦਾ ਹੈ, ਕੋਈ ਖਹਿੰਦਾ ਹੈ, ਕੋਈ ਪਰੇਸ਼ਾਨ ਕਰਦਾ ਹੈ, ਅਸੀਂ ਦੁਖੀ ਹੋ ਜਾਂਦੇ ਹਾਂ। ਜੇ ਕਿਤੇ ਉਹਨੂੰ ਥੋੜਾ ਜਿਹਾ ਬਰਦਾਸ਼ਤ ਕਰਕੇ ਆਪਣੇ ਆਪ ਨੂੰ ਸਟਰੋਂਗ ਕਰੀਏ ਤੇ ਫਿਰ ਕੀ ਹੋਵੇਗਾ? ਜਿਸ ਤਰ੍ਹਾਂ ਤੁਸੀਂ ਕਿਸੇ ਲੁਹਾਰ ਕੋਲ ਚਲੇ ਜਾਓ ਵੀ ਆਹ ਰੰਬਾ ਥੋੜਾ ਲਾ ਦੇ, ਆਹ ਦਾਤਰੀ ਥੋੜੀ ਜੀ ਲਾ ਦੇ, ਆਹ ਕਿਰਪਾਨ ਥੋੜੀ ਜੀ ਲਾ ਦੇ, ਤੇ ਉਹ ਕਿਰਪਾਨ ਨੂੰ ਉਹਦੇ ਨਾਲ ਇਉਂ ਲਾਉਂਦੇ ਨੇ, ਉਧਰੋਂ ਮਸ਼ੀਨ ਔਨ ਕਰ ਦਿੰਦੇ ਨੇ, ਉਹ ਚੱਕਰ ਚੱਲਦਾ ਹੈ, ਉਹਨੂੰ ਉਹਦੇ ਨਾਲ ਲਾ ਦਿੰਦੇ ਨੇ, ਉਹ 'ਚੋਂ ਚੰਗਿਆੜੇ ਨਿਕਲਦੇ ਨੇ। ਉਹ ਜਿਹੜੀ ਸੰਘਰਸ਼ ਹੈ, ਜਿਹੜੀ ਖਹਿ ਵੇ ਉਹਨਾਂ ਦੋਹਾਂ ਦੇ ਵਿੱਚ, ਉਹ ਉਹਦੀ ਤਲਵਾਰ ਦੀ ਧਾਰ ਨੂੰ ਹੋਰ ਤੇਜ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਸਟਰੋਂਗ ਕਰਨੇ ਆ, ਤੇ ਇਹ ਜਿਹੜੇ ਲੋਕ ਖਹਿਣ ਵਾਲੇ ਨੇ, ਇਹ ਤੁਹਾਨੂੰ ਸਬਕ ਸਿਖਾਉਂਦੇ ਨੇ, ਇਹ ਤੁਹਾਨੂੰ ਐਜੂਕੇਟ ਕਰਦੇ ਨੇ ਵੀ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਤੁਹਾਨੂੰ ਫਿਊਚਰ ਵਿੱਚ ਆ ਸਕਦੀਆਂ ਨੇ, ਔਰ ਸਾਡੀ ਉਹ ਧਾਰ ਨੂੰ ਤੇਜ਼ ਕਰਦੇ ਨੇ, ਸਾਡੇ ਵਿੱਚ ਹੋਰ ਉਹਨੇ ਸੰਘਰਸ਼ ਕਰਨ ਦੀ ਇੱਕ ਸ਼ਕਤੀ ਆਉਂਦੀ ਹੈ। ਤੋ ਸਹਿਜ ਉਹ ਅਵਸਥਾ ਸਾਧ ਸੰਗਤ ਹੈ ਜਿਹਦੇ ਵਿੱਚ ਸਾਡੀ ਆਤਮਾ ਡੋਲੇ ਨਾ, ਮੁਸੀਬਤ ਛੋਟੀ ਹੋਵੇ ਵੱਡੀ ਹੋਵੇ। ਜਿਸ ਤਰ੍ਹਾਂ ਅਸੀਂ ਖੁਸ਼ੀ ਵਿੱਚ ਆਪਣੇ ਆਪ ਨੂੰ ਤਵਾਜ਼ਨ ਬਣਾ ਕੇ ਰੱਖਨੇ ਆ, ਗਮੀ ਵਿੱਚ ਵੀ ਉਸ ਤਰ੍ਹਾਂ ਅਭਿਆਸ ਨਾਲੇ ਹੁੰਦਾ। ਉੱਥੇ ਜਾ ਕੇ ਕੋਈ ਲਾਲਚ ਵੀ ਮਨੁੱਖ ਨੂੰ ਲੁਭਾਇਮਾਨ ਨਹੀਂ ਕਰ ਸਕਦਾ। ਇੱਕ ਸ਼ਬਦ ਮੈਂ ਗੁਰਬਾਣੀ 'ਚੋਂ ਤੁਹਾਡੀ ਨਜ਼ਰ ਕਰਦੇ ਹਾਂ, ਸਹਿਜ ਦੀ ਉਹਦੇ ਵਿੱਚ ਵਿਆਖਿਆ ਹੈ। ਤੁਸੀਂ ਅੰਮ੍ਰਿਤ ਕੀਰਤਨ ਚੁੱਕੋ ਤੇ ਸਹਿਜ ਦੀ ਵਿਆਖਿਆ ਦਾ ਸ਼ੀਰਸ਼ਕ ਜਿਹਨੂੰ ਬਣਾਇਆ ਗਿਆ, ਟਾਈਟਲ ਹੈ, ਉਹ ਇਸੇ ਸ਼ਬਦ 'ਚੋਂ ਜਿਹੜਾ ਮੈਂ ਤੁਹਾਡੀ ਨਜ਼ਰ ਕਰ ਰਿਹਾ ਵੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਸ਼ਬਦ ਸ਼ੁਰੂ ਹੁੰਦਾ ਹੈ ਤਹਿ ਪਾਵਸ ਸਿੰਧ ਧੂਪ ਨਹੀਂ ਛਈਆ, ਤਹਿ ਉਤਪਤ ਪਰਲੋ ਨਾਹੀ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਦ ਦੋਉ ਤੈ ਨਾਹੀ। ਸਹਿਜ ਕੀ ਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ ਹਲਕੀ ਲੱਗੈ ਨਾ ਪਾਰੀ, ਰਾਤ ਦਿਨ ਦੋਉ ਤੈ ਨਾਹੀ। ਤੋ ਇਹਦੇ ਥੋੜੇ ਜਿਹੇ ਮੈਂ ਅਰਥ ਕਰਦੇ ਹਾਂ। ਉਸ ਅਵਸਥਾ ਵਿੱਚ, ਆਤਮਕ ਅਵਸਥਾ ਦੀ ਸਟੇਜ ਤੇ ਜਾ ਕੇ ਨਾ, ਪਾਵਸ ਬਾਰਿਸ਼, ਮੀਂਹ ਦਾ ਦੇਵਤਾ ਮੰਨਿਆ ਗਿਆ ਇੰਦਰ ਨੂੰ, ਇੰਦਰ ਦੇਵਤੇ ਨੂੰ ਮਿੱਥ ਵਿੱਚ ਮੰਨਿਆ ਗਿਆ ਮੀਂਹ ਦਾ ਦੇਵਤਾ, ਔਰ ਉਹਦੀ ਆਪਣੀ ਇੱਕ ਪੁਰੀ ਹੈ, ਉਹਨੂੰ ਇੰਦਰਪੁਰੀ ਕਹਿੰਦੇ ਨੇ, ਜਿੱਥੇ ਇੰਦਰੀਆਂ ਦੇ ਸਾਰੇ ਸੁੱਖ ਮਿਲ, ਜੋ ਕੰਨਾਂ ਨੂੰ ਸੁਣਨ ਲਈ ਚਾਹੀਦਾ ਮਿਲ ਰਿਹਾ, ਜੋ ਵੇਖਣ ਨੂੰ ਚਾਹੀਦਾ, ਸੁੰਘਣ ਨੂੰ ਚਾਹੀਦਾ, ਖਾਣ ਨੂੰ ਚਾਹੀਦਾ, ਭੋਗਣ ਨੂੰ ਚਾਹੀਦਾ, ਸਭ ਕੁਝ ਮਿਲ ਰਿਹਾ। ਔਰ ਵੈਸੇ ਜੇ ਅਰਜ਼ ਕਰੀਏ ਤੇ ਇਸ ਧਰਤੀ ਦੇ ਉੱਤੇ ਵੀ ਬੜੇ ਇੰਦਰ ਨੇ,
ਜਿਨ੍ਹਾਂ ਨੂੰ ਲੋੜੀਂਦੀ ਇੰਦਰੀਆਂ ਦੀ ਖੁਰਾਕ ਮਿਲ ਰਹੀ ਏ ਤੇ ਉਹ ਇੰਦਰ ਹੀ ਤੇ ਹੈ। ਇੰਦਰੀਆਂ ਨੂੰ ਮਨ ਭਾਵਕ ਚੀਜ਼ਾਂ ਪ੍ਰਾਪਤ ਹੋ ਰਹੀਆਂ। ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਉਸ ਅਵਸਥਾ 'ਚ ਜਾ ਕੇ ਇੰਦਰਪੁਰੀ ਵਿੱਚ ਨਿਵਾਸ ਕਰਨ ਦੀ ਲਾਲਸਾ ਨਹੀਂ ਰਹਿੰਦੀ। ਸਹਿਜ ਦੀ ਅਵਸਥਾ ਵਿੱਚ ਕੋਈ ਉਹਨੂੰ ਕਵੇ ਵੀ ਤੂੰ ਐਂ ਕਰ ਲੈ ਤੈਨੂੰ ਇੰਦਰਪੁਰੀ ਮਿਲ ਜਾਏਗੀ, ਉਹ ਕਹਿੰਦਾ ਮੈਂ ਇੰਦਰਪੁਰੀ ਕੀ ਕਰਨੀ ਹੈ, ਮੈਨੂੰ ਇੰਦਰਪੁਰੀ ਚਾਹੀਦੀ ਨਹੀਂ। ਤਹਿ ਪਾਵਸ ਇੰਦਰਪੁਰੀ। ਸਿੰਧ ਸਮੁੰਦਰ, ਔਰ ਸਮੁੰਦਰ ਤੋਂ ਕੀ ਸੈਂਸ ਹੈ? ਸਮੁੰਦਰ 'ਚੋਂ ਜਿਹੜਾ ਦੇਵਤਾ ਪੈਦਾ ਹੋਇਆ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦੀ ਅਸੀਂ ਗੱਲ ਕਰਨੇ ਆ। ਉੱਥੇ ਜਾ ਕੇ ਨਾ ਇੰਦਰਪੁਰੀ ਦੀ ਲਾਲਸਾ, ਤੈਂ ਪਾਵਸ ਸਿੰਧ, ਨਾ ਵਿਸ਼ਨੂਪੁਰੀ ਦੀ ਲਾਲਸਾ, ਧੂਪ ਸੂਰਜ ਲੋਕ ਨਹੀਂ। ਸ਼ਈਆ, ਸ਼ਈਆ ਮੈਨੇ ਚੰਦਰਮਾ, ਚੰਦਰ ਲੋਕ ਵਿੱਚ ਵਸਣ ਦੀ ਕੋਈ ਲਾਲਸਾ ਨਹੀਂ। ਔਰ ਮੈਂ ਇੱਕ ਬੇਨਤੀ ਕਰਾਂ, ਇਹਨਾਂ ਪੁਰੀਆਂ ਵਿੱਚ ਵਸਣ ਦੀ ਲਾਲਸਾ ਮਨੁੱਖ ਵਿੱਚ ਹੈ। ਇਹੀ ਕਾਰਨ ਹੈ ਵੀ ਇੱਥੇ ਲੋਕ ਧਰਤੀ ਦੇ ਉੱਤੇ ਭੁੱਖ ਨਾਲ ਮਰ ਰਹੇ ਨੇ। ਅਰਬਾਂ ਖਰਬਾਂ ਡਾਲਰ ਸ਼ਈਆ ਤੇ ਚੰਦਰਮੇ ਤੇ ਜਾ ਕੇ ਜੀਵਨ ਨੂੰ ਸੰਭਵ ਬਣਾਉਣ ਵਾਸਤੇ ਖਰਚ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ। ਵੱਖ-ਵੱਖ ਰਾਸ਼ਟਰ ਜਿਹੜੇ ਨੇ ਉਹਨਾਂ ਦਾ ਮੁਕਾਬਲਾ ਹੈ। ਅਸੀਂ ਉੱਥੇ ਇਹ ਕਰ ਰਹੇ ਹਾਂ, ਸਾਡੀ ਨਵੀਂ ਖੋਜ ਇਹ ਹੈ। ਸਾਡੀ ਖੋਜ ਕਰਨੀ ਬੁਰੀ ਗੱਲ ਨਹੀਂ, ਪਰ ਮੈਂ ਕੇਵਲ ਗੱਲ ਸਮਝਣ ਲਈ ਅਰਜ਼ ਕਰ ਰਿਹਾ। ਉਸ ਅਵਸਥਾ ਵਿੱਚ ਨਾ ਇੰਦਰਲੋਕ ਵਿੱਚ ਵਸਣ ਦੀ ਲਾਲਸਾ, ਨਾ ਸੂਰਜ ਲੋਕ ਵਿੱਚ ਵਸਣ ਦੀ ਲਾਲਸਾ, ਨਾ ਚੰਦਰਮੇ ਤੇ ਵਸਣ ਦੀ ਲਾਲਸਾ। ਇਨ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾ ਹੈ। ਉਤਪਤ ਕੌਣ ਕਰਦਾ ਹੈ? ਬ੍ਰਹਮਾ, ਬ੍ਰਹਮਪੁਰੀ। ਪਰਲੋ ਕੌਣ ਲਿਆਉਂਦਾ ਹੈ? ਸ਼ਿਵ ਜੀ, ਸ਼ਿਵਪੁਰੀ। ਸ਼ਿਵਪੁਰੀ ਦੀ ਵੀ ਕੋਈ ਲਾਲਸਾ ਨਹੀਂ। ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾਹੀ। ਜੀਵਨ ਮਿਰਤ, ਜ਼ਿਆਦਾ ਜਿਉਣ ਦੀ ਲਾਲਸਾ ਤੇ ਮੌਤ ਦਾ ਡਰ, ਦੋ ਤੈ ਨਾਹੀ। ਜੀਵਨ ਮਿਰਤ, ਉਸ ਅਵਸਥਾ ਵਿੱਚ ਮਨੁੱਖ ਨੂੰ ਇਹ ਲਾਲਸਾ ਨਹੀਂ ਹੁੰਦੀ ਵੀ ਹਾਏ ਮੈਂ ਹੋਰ ਜੀਵਾਂ, ਤੇ ਮੌਤ ਦਾ ਖੌਫ ਨਹੀਂ ਹੁੰਦਾ। ਇੱਥੇ ਮੈਂ ਥੋੜਾ ਜਿਹਾ ਰੋਕ ਕੇ ਇੱਕ ਬੇਨਤੀ ਕਰਨੀ ਚਾਹੁੰਦਾ। ਜਦੋਂ ਸ਼ਬਦ ਨੂੰ ਵਿਚਾਰੇਗਾ, ਇੱਕ ਸ਼ਬਦ ਵਿਚਾਰੀਏ ਰਾw ਵਾਲੀ ਪੰਕਤੀ, ਉਹਦੇ ਵਿੱਚ ਇਹ ਅਵਸਥਾ ਆਵੇਗੀ ਵੀ ਉਹ ਸਹਿਜ ਦੀ ਅਵਸਥਾ ਚਲੇਗਾ। ਸਹਿਜ ਵਾਲਾ ਬੰਦਾ ਮੌਤ ਤੋਂ ਵੀ ਨਹੀਂ ਡਰਦਾ। ਕਿਉਂ? ਕਿਉਂਕਿ ਉਹਨੇ ਸ਼ਬਦ ਨੂੰ ਵਿਚਾਰਿਆ। ਸ਼ਬਦ ਨੇ ਉਹਦਾ ਬ੍ਰੇਨ ਵਾਸ਼ ਕਰ ਦਿੱਤਾ, ਮੌਤ ਦਾ ਡਰ ਦੂਰ ਕਰ ਦਿੱਤਾ। ਮੈਨੂੰ ਇਹ ਸ਼ਬਦ ਬੜਾ ਪ੍ਰੀਤਕਰ ਲੱਗਦਾ ਜਿਹੜਾ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਜੇ ਮਰਨੇ ਸਭ ਜਗਤ ਤਰਾਸਿਆ। ਜਿਸ ਮੌਤ ਤੋਂ ਹਰੇਕ ਮਨੁੱਖ ਡਰ ਰਿਹਾ, ਔਰ ਇਹ ਬਕਾਇਦਾ ਡਰ ਹੈ। ਸਾਡੇ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਇਹ ਦੇਖਿਆ ਗਿਆ ਹੈ ਵੀ ਜਿਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ, ਕਈ ਵਾਰ ਉਹਦੀ ਮਾਨਸਿਕ ਦਸ਼ਾ ਨੂੰ ਨਾਪਣ ਵਾਸਤੇ ਉਹਦਾ ਵੇਟ ਕਰਦੇ ਨੇ। ਜਿਸ ਤਰ੍ਹਾਂ 10 ਦਿਨ ਰਹਿ ਗਏ ਨੇ, ਅੱਜ ਹੁਕਮ ਹੋਇਆ ਹੈ ਤੇ 10 ਦਿਨ ਲਗਾਤਾਰ ਉਹਨੂੰ ਨਾਪਣਾ। ਕਹਿੰਦੇ ਨੇ ਕਿਲੋ 2-2 ਕਿਲੋ ਰੋਜ਼ ਵੇਟ ਲੂਜ਼ ਹੋ ਰਿਹਾ ਹੈ। ਕਾਹਦੇ ਨਾਲ? ਸਾਹ ਸੁੱਕ ਰਹੇ। ਉਹਦੇ ਵਿੱਚ ਸਾਡੇ ਹਿੰਦੁਸਤਾਨ ਦੀਆਂ ਜੇਲ੍ਹਾਂ ਦਾ ਇੱਕ ਇਹ ਵੀ ਰਿਕਾਰਡ ਹੈ ਵੀ 2 ਸਿੱਖ ਨੌਜਵਾਨਾਂ ਦਾ ਜਦੋਂ ਉਹਨਾਂ ਵੇਟ ਤੋਲਿਆ ਤੇ ਉਹ ਘਟਿਆ ਨਹੀਂ ਸਗੋਂ ਵਧਿਆ। ਭਾਈ ਸਾਹਿਬ ਭਾਈ ਸੁੱਖਾ ਸਿੰਘ ਤੇ ਭਾਈ ਸਾਹਿਬ ਭਾਈ ਜਿੰਦਾ ਸਿੰਘ, ਪੂਨੇ ਦੀ ਜੇਲ੍ਹ ਦੇ ਵਿੱਚ। ਇਹ ਉੱਥੋਂ ਦਾ ਰਿਕਾਰਡ ਕਹਿੰਦਾ ਵੀ ਉਹਨਾਂ ਦਾ ਵੇਟ ਘਟਿਆ ਨਹੀਂ ਸਗੋਂ ਵਧਿਆ। ਇਹ ਬਿਲਕੁਲ ਨਾਵਲ ਨਹੀਂ, ਸੱਚੀ ਗੱਲ ਜੇ ਵੀ ਇਹਨਾਂ ਸੂਰਮਿਆਂ ਨੇ ਮੌਤ ਦੇ ਫਲਸਫੇ ਨੂੰ ਸਮਝ ਲਿਆ ਸੀ। ਸੱਚੀ ਮੁੱਚੀ ਮੌਤ ਦਾ ਕੋਈ ਡਰ ਨਹੀਂ ਸੀ। ਮੈਡੀਕਲ ਸਾਇੰਸ ਕਹਿ ਰਹੀ ਹੈ, ਮੈਂ ਥੋੜਾ ਕਹਿ ਰਿਹਾ। ਵਜ਼ਨ ਨਹੀਂ ਘਟ ਰਿਹਾ, ਉਲਟਾ ਵੱਧ ਰਿਹਾ। ਤੋ ਕਹਿੰਦੇ ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ। ਹਨੇਰੇ ਵਿੱਚ ਤੇ ਭੁਲੇਖਾ ਪੈਂਦਾ ਹੈ ਨਾ, ਚਾਨਣ 'ਚ ਨਹੀਂ ਪੈਂਦਾ। ਗੁਰਬਾਣੀ ਦੀ ਰੋਸ਼ਨੀ ਵਿੱਚ ਮੌਤ ਦਾ ਭੁਲੇਖਾ ਦੂਰ ਹੋ ਗਿਆ। ਮੈਨੂੰ ਮੌਤ ਦੀ ਅਸਲੀਅਤ ਸਮਝ ਵਿੱਚ ਆ ਗਈ। ਔਰ ਉਹ ਅਸਲੀਅਤ ਕੀ ਹੈ? ਉਹਨੂੰ ਗੁਰੂ ਅਰਜਨ ਸਾਹਿਬ ਨੇ ਖੋਲਿਆ। ਕਿ ਹਜ਼ੂਰ ਜਾ ਰਹੇ ਨੇ, ਨਾਲ ਕੁਝ ਸਿੱਖ ਨੇ, ਰੋਣ ਦੀ ਆਵਾਜ਼ ਆਉਂਦੀ ਹੈ। ਹਜ਼ੂਰ ਕਹਿੰਦੇ ਨੇ ਪਤਾ ਕਰੋ ਕੀ ਹੈ। ਤੋਂ ਆ ਕੇ ਦੱਸਦੇ ਮਹਾਰਾਜ ਫਲਾਣਾ ਮਰ ਗਿਆ। ਗੱਲ ਸਮਝ ਲਈ, ਮੈਂ ਮਰ ਗਿਆ ਸ਼ਬਦ ਵਰਤ ਰਿਹਾ, ਖਿਮਾ ਕਰ ਦੇਣਾ। ਤੋ ਉੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮਰਦਾ ਤੇ ਕੋਈ ਹੈ ਹੀ ਨਹੀਂ। ਨਹੀਂ, ਮਹਾਰਾਜ ਸੱਚੀ ਮੁੱਚੀ ਮਰ ਗਿਆ। ਮਹਾਰਾਜ ਕਹਿੰਦੇ ਨਹੀਂ, ਆਤਮਾ ਅਮਰ ਹੈ। ਔਰ ਜਿਸ 5 ਭੂਤਕ ਸਰੀਰ ਤੇ ਇਹਨੇ ਕੁਝ ਵਰੇ ਹੂੰਟੇ ਲਏ ਨੇ ਨਾ, ਉਹ ਤੱਤ ਵੀ ਨਹੀਂ ਮਰਦੇ। ਤੁਸੀਂ ਬਾਣੀ 'ਚ ਪੜ੍ਹਦੇ ਹੀ ਹੋ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਰੋਵਣ ਹਾਰੇ ਕੀ, ਕੌਣ ਮੁਆਰੇ ਕੌਣ ਮੁਆ, ਕੌਣ ਮੁਆਰੇ ਕੌਣ ਮੁਆ, ਕੌਣ ਮੁਆਰੇ ਕੌਣ ਮੁਆ, ਕੌਣ ਮੁਆਰੇ ਕੌਣ
ਕੌਣ ਮੂਆ। ब्रह्म ज्ञानी मिल करो विचारा, ब्रह्म ज्ञानी मिल करो विचारा। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ए तो चलत भया, ए तो चलत भया, ਇਹ ਤੋ ਚਲਤ ਭਇਆ, ਇਹ ਤੋ ਚਲਤ ਭਇਆ। ਹਜ਼ੂਰ ਕਹਿੰਦੇ ਕੌਤਕ ਹੋਇਆ ਕੋਈ ਨਹੀਂ ਮਰਿਆ, ਆਤਮਾ ਅਮਰ ਹੈ ਔਰ ਤਤ ਵੀ ਨਹੀਂ ਮਰਦੇ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ